देखो ਨਵਜੋਤ ਸਿੰਘ ਸਿੱਧੂ ਨੇ ਇੱਕ ਚੰਗੇ ਪੰਜਾਬ ਦੀ ਸਿਰਜਣਾ ਕਰਨ ਵਾਸਤੇ ਇੱਕ ਰੋਡ ਮੈਪ ਦਿੱਤਾ ਸੀ। ਜੇ ਪ੍ਰਮਾਤਮਾ ਸਾਨੂੰ ਇਹ ਬਖਸ਼ੇਗਾ ਤੇ ਅਸੀਂ ਮੈਨੂੰ ਲੱਗਦਾ ਅਗਲੇ 5 ਸਾਲਾਂ ਦੇ ਵਿੱਚ ਬਹੁਤ ਕੁਝ ਬਦਲਾਅ ਕਰਾਂਗੇ, ਬਹੁਤ ਜ਼ਿਆਦਾ ਕੁਝ ਬਦਲਾਅ ਕਰਾਂਗੇ। ਜਿਸ ਸੀਟ ਤੋਂ ਨਵਜੋਤ ਸਿੰਘ ਸਿੱਧੂ ਲੜ ਰਹੇ ਨੇ, ਤੁਹਾਨੂੰ ਜਿਸ ਕਲੀਅਰ ਸੀਟ ਤੋਂ ਨਵਜੋਤ ਸਿੰਘ ਸਿੱਧੂ ਲੜ ਰਹੇ ਨੇ ਉੱਥੇ ਤਾਂ ਵੋਟ ਹੀ ਨਹੀਂ ਪਈ ਜਨਾਬ। ਜ਼ਿਆਦਾ ਤੁਸੀਂ ਬਦਲਾਅ ਦੀ ਗੱਲ ਕਰਦੇ ਹੋ, ਜੇ ਬਦਲਾਅ ਨੂੰ ਲੋਕਾਂ ਨੇ ਪਸੰਦ ਕੀਤਾ ਹੁੰਦਾ ਤਾਂ ਉੱਥੇ ਤਾਂ 80 ਤੋਂ ਵੱਧ ਜਾਂਦੀ ਫਿਰ ਵੋਟ। ਹਰਪ੍ਰੀਤ ਜੀ ਜੇ ਫਿਰ ਇਹ ਗੱਲ ਕਰਦੇ ਹੋ ਤੇ ਫਿਰ ਤੁਸੀਂ ਜਿਹਨੂੰ ਆਪਣੇ ਮਾਝੇ ਦਾ ਜਰਨੈਲ ਕਹਿੰਦੇ ਜੇ ਉਹਨਾਂ ਦੀ ਤੇ ਸਾਰੀ ਫੌਜ ਤੇ ਲਾਮ ਲਸ਼ਕਰ ਤੁਸੀਂ ਲਾ ਰੱਖਿਆ, ਉਹਨਾਂ ਕਿਉਂ ਨਹੀਂ ਵੋਟ ਪਵਾ? ਮੈਂ ਤਾਂ ਉਹੀ ਕਹਿ ਰਿਹਾ, ਤੁਸੀਂ ਕਹਿ ਰਹੇ ਹੋ ਨਾ, ਨਹੀਂ ਇਹ ਗੱਲ ਨਹੀਂ, ਲੋਕਾਂ ਨੇ ਸਾਡਾ ਬਦਲਾਅ ਇੱਕ ਮਿੰਟ ਸੁਣੋ ਨਾ, ਤੁਸੀਂ ਕਹਿ ਰਹੇ ਹੋ ਕਿ ਪੰਜਾਬ ਮਾਡਲ ਨੂੰ ਜੇਕਰ ਲੋਕਾਂ ਨੇ ਫਤਵਾ ਦਿੱਤਾ ਹੁੰਦਾ ਤਾਂ ਪੰਜਾਬ ਮਾਡਲ ਦੀ ਗੱਲ ਕਰਨ ਵਾਲੇ ਦੀ ਹੀ ਸੀਟ ਤੇ ਸਭ ਤੋਂ ਪਹਿਲਾਂ ਫਤਵਾ ਮਿਲਦਾ, ਪੰਜਾਬ ਦੀਆਂ ਸੀਟਾਂ ਤੇ ਤਾਂ ਬਾਅਦ ਚ ਫਤਵਾ ਮਿਲਦਾ ਨਾ। ਜਿਸ ਮਾਡਲ ਦੀ ਗੱਲ ਕਰ ਰਹੇ ਹੋ ਉਸ ਮਾਡਲ ਦੀ ਸੀਟ ਤੇ ਹੀ ਜੇ ਫਤਵਾ ਨਹੀਂ ਤੁਹਾਨੂੰ ਮਿਲ ਪਾ ਰਿਹਾ ਤੇ ਬਾਕੀ ਥਾਵਾਂ ਤੇ ਕਿਵੇਂ ਮਿਲੇਗਾ? ਹਰਪ੍ਰੀਤ ਜੀ ਮੈਂ ਅੰਮ੍ਰਿਤਸਰ ਈਸਟ ਤੇ ਬਹੁਤ ਸਰਵੇ ਕੀਤਾ, ਮੈਂ ਬਹੁਤ ਵਾਰੀ ਗਿਆ, ਮੇਰੀ ਲਾਈਵ ਡਿਬੇਟਸ ਉੱਤੇ ਕਈ ਚੈਨਲਸ ਤੇ ਚੱਲੀਆਂ ਜੀ। ਉੱਥੇ ਜਦੋਂ ਦੇ ਅਕਾਲੀ ਦਲ ਦੇ ਕੈਂਡੀਡੇਟ ਆਏ ਨੇ ਲੋਕਾਂ 'ਚ ਇੱਕ ਖੌਫ ਸੀ ਲੋਕਾਂ ਦੇ ਵਿੱਚ, ਕਿਉਂਕਿ ਸ਼ਹਿਰੀ ਹਲਕਾ ਹੈ, ਪਿੰਡਾਂ ਦੇ ਹਲਕਿਆਂ ਦੀ ਇਲੈਕਸ਼ਨ ਹੋਰ ਤਰੀਕੇ ਦੀ ਹੁੰਦੀ ਹੈ, ਸ਼ਹਿਰਾਂ ਦੇ ਹਲਕਿਆਂ ਦੀ ਇਲੈਕਸ਼ਨ ਹੋਰ ਤਰੀਕੇ ਦੀ ਹੁੰਦੀ ਹੈ। ਲੋਕ ਐਤਕੀ ਮੈਨੂੰ ਕਹਿਣ 'ਚ ਕੋਈ ਅਰਜ਼ ਨਹੀਂ, ਕਿਸੇ ਪਾਰਟੀਆਂ ਦਾ ਵੀ ਵਰਕਰ ਜਾਂ ਜਿਹੜਾ ਵੋਟਰ ਆ ਉਹ ਈਸਟ ਹਲਕੇ 'ਚੋਂ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਤੋਂ ਐਤਕੀ ਡਰਿਆ। ਪਤਾ ਨਹੀਂ ਕੀ ਕਾਰਨ ਆ, ਕਾਰਨ ਬੜੇ ਹੋਣਗੇ ਪਰ ਉਹ ਡਰਿਆ। ਇਹ ਬੜੀ ਗਲਤ ਗੱਲ ਆ। ਦੇਖੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਵੋਟਰ ਨੂੰ ਨਿਰਪੱਖ ਵੋਟਿੰਗ ਕਰਨ ਦਾ ਅਧਿਕਾਰ ਹੋਣਾ ਚਾਹੀਦਾ, ਜਿੱਥੇ ਮਰਜ਼ੀ ਜਾਵੇ, ਜਿੱਥੇ ਮਰਜ਼ੀ ਵੋਟ ਪਾਵੇ। ਜਦੋਂ ਤੁਸੀਂ ਆਪਾਂ ਕਿਸੇ ਨੂੰ ਧਮਕਾਉਨੇ ਆ, ਡਰਾਉਨੇ ਆ, ਉਹਦੇ ਉੱਤੇ ਪ੍ਰੈਸ਼ਰ ਬਣਾਉਨੇ ਆ, ਇਹ ਚੀਜ਼ਾਂ ਗਲਤ। ਚਲੋ ਇਹ ਘੱਟ ਵੋਟਿੰਗ ਦਾ ਅਸਰ ਕਿਹਨੂੰ ਪਿਆ ਕਿਹਨੂੰ ਨਹੀਂ ਪਿਆ ਇਹ ਤਾਂ ਆਪਾਂ ਨੂੰ ਨਤੀਜੇ ਦੱਸਣਗੇ, ਪਰ ਜੇਕਰ ਅਸੀਂ ਕਹਿੰਦੇ ਹਾਂ ਕਿ ਇੱਕ ਬਦਲਾਅ ਲਈ ਰਾਜਨੀਤੀ ਹੈ, ਇੱਕ ਨਵੀਂ ਚੀਜ਼ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਉਸ ਵਕਤ ਬੰਪਰ ਵੋਟਿੰਗ ਪੈਣੀ ਚਾਹੀਦੀ ਹੈ। ਜੇ ਨਹੀਂ ਪੈ ਰਹੀ ਤਾਂ ਇਹਦਾ ਅੰਦਾਜ਼ਾ ਇਹ ਲਾਇਆ ਜਾਂਦਾ ਕਿ ਲੋਕਾਂ ਨੇ ਐਕਸੈਪਟ ਤੁਹਾਡੀ ਨਵੀਂ ਚੀਜ਼ ਹੈ ਜਿਹੜੀ ਉਹ ਨਹੀਂ ਕੀਤੀ। ਮੈਂ ਇੱਕ ਮਿੰਟ ਵਾਪਸ ਆਣਾ ਬੀਜੇਪੀ ਦੇ ਬੁਲਾਰਾ ਸਾਹਿਬ ਤੋਂ ਵੀ ਇੱਕ ਰਿਐਕਸ਼ਨ ਲੈ ਲਈਏ। ਸੋਈ ਸਾਹਿਬ, ਬੀਜੇਪੀ ਆਪਣੇ ਆਪ ਨੂੰ ਕਿੱਥੇ ਸਟੈਂਡ ਕਰਦੀ ਮਹਿਸੂਸ ਹੁੰਦੀ ਹੈ? ਕਿਉਂਕਿ ਤੁਹਾਡੀ ਲੜਾਈ ਇਸ ਵਾਰ ਪੰਜਾਬ ਦੇ ਵਿੱਚ ਹੋਂਦ ਦੀ ਲੜਾਈ ਹੈ, ਪਹਿਲੀ ਵਾਰੀ ਤੁਸੀਂ ਇਕੱਲੇ ਚੋਣ ਲੜ ਰਹੇ ਹੋ ਅਕਾਲੀ ਦਲ ਤੋਂ ਇਲਾਵਾ, ਬਾਕੀ ਗੱਠਜੋੜ ਤੁਹਾਡੀ ਪਾਰਟੀਆਂ ਨਾਲ ਹੈਗਾ, ਪਰ ਤੁਹਾਡੀ ਲੜਾਈ ਜਿਹੜੀ ਹੈ ਇਸ ਵਾਰ ਹੋਂਦ ਦੀ ਲੜਾਈ ਹੈ। ਪ੍ਰੀਤ ਜੀ ਪਹਿਲਾਂ ਤੇ ਤੁਹਾਡੇ ਸਾਰੇ ਪੈਨਲਿਸਟ ਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਅਦਾ ਜੀ। ਦੇਖੋ ਕੀ ਹੋਇਆ ਹੈ, ਸਾਰੇ ਪੰਜਾਬ ਵਾਸੀਆਂ ਨੂੰ ਇਸ ਲੋਕਤੰਤਰ ਦੇ ਕੁੰਭ 'ਚ ਹਿੱਸਾ ਲੈਣ ਲਈ 1 ਕਰੋੜ 60 ਲੱਖ ਦੇ ਆਸ-ਪਾਸ ਤਕਰੀਬਨ ਪੰਜਾਬੀਆਂ ਨੇ ਵੋਟਿੰਗ ਕੀਤੀ ਹੈ, ਵਿਚ ਇਜ਼ ਅਰਾਊਂਡ 71.95। ਸਾਰਿਆਂ ਨੂੰ ਵਧਾਈ ਕਿ ਤੁਸੀਂ ਇੱਕ ਆਪਣਾ ਨੁਮਾਇੰਦਾ ਚੁਣ ਕੇ ਤੇ ਸਰਕਾਰ ਬਣਾਉਣ ਜਾ ਰਹੇ ਹੋ। ਤੁਸੀਂ ਇੱਕ ਹਰਪ੍ਰੀਤ ਜੀ ਟ੍ਰੈਂਡ ਨੋਟ ਕਰਿਓ, ਜਿਹੜੀ ਤੁਸੀਂ ਤੁਹਾਡੇ ਕੋਲ ਸਾਰਾ ਡਾਟਾ ਸਾਹਮਣੇ ਪਿਆ ਹੋਣਾ ਹੈ। ਹਾਂਜੀ, ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀਆਂ ਜਿੱਥੇ-ਜਿੱਥੇ ਰੈਲੀਆਂ ਹੋਈਆਂ, ਕਿਉਂਕਿ ਪੰਜਾਬ ਇੱਕ ਬਦਲਾਅ ਵੱਲ ਜਾ ਰਿਹਾ ਹੈਗਾ, ਤੇ ਉਹ ਪ੍ਰਧਾਨ ਮੰਤਰੀ ਬੀਜੇਪੀ ਵੱਲ ਪੰਜਾਬ ਦੇ ਵੋਟਰ ਜਿਹੜੇ ਆ ਸ਼ਾਇਦ ਦੇਖ ਰਹੇ ਨੇ ਕਿ ਬੀਜੇਪੀ ਇੱਕ ਬਦਲਾਅ ਲੈ ਕੇ ਆਏਗੀ। ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਰੈਲੀਆਂ ਹੋਈਆਂ ਨੇ, ਜਦੋਂ ਲਾਸਟ ਰੈਲੀ ਉਹਨਾਂ ਦੀ ਬਠਿੰਡੇ ਇੱਥੇ ਹੋਈ ਆ ਅਬੋਹਰ ਦੇ ਵਿੱਚ, ਉਹਨੇ ਇੱਕ ਟ੍ਰੈਂਡ ਸੈੱਟ ਕੀਤਾ ਹੈ ਮਾਲਵੇ ਵਾਸਤੇ। ਹੁਣ ਦੀ ਮਾਲਵਾ ਸਾਰਾ ਚੱਕ ਕੇ ਦੇਖ ਲਓ, ਬੜੀ ਬੰਪਰ ਵੋਟਿੰਗ ਮਾਲਵੇ ਚ ਹੋਈ ਹੈ। ਸਾਡੇ ਫਜ਼ਿਲਕੇ ਦੇ ਵਿੱਚ ਸਾਡੇ ਗਿਆਨੀ ਸਾਹਿਬ ਇਲੈਕਸ਼ਨ ਲੜ ਰਹੇ ਨੇ, ਉੱਥੇ ਤਕਰੀਬਨ 81% ਵੋਟ ਹੋਈ ਹੈ। ਇਸ ਤਰ੍ਹਾਂ ਹੀ ਜੇ ਮੈਂ ਸਾਰੇ ਮਾਲਵਾ ਦੇਖਾਂ ਤੇ ਹਰ ਪਾਸੇ ਬੰਪਰ ਵੋਟਿੰਗ ਹੈ। ਉਹ ਸ਼ੋਅ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੀਆਂ, ਨਰਿੰਦਰ ਮੋਦੀ ਜੀ ਦੀਆਂ, ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਮਾਲਵੇ ਦੇ ਲੋਕਾਂ ਨੂੰ ਪਸੰਦ ਆਈਆਂ ਨੇ, ਤੇ ਤਾਂ ਹੀ ਲੋਕੀ ਜਿਹੜੇ ਹੈ ਬੀਜੇਪੀ ਵੱਲ ਵੱਧ ਚੜ ਕੇ ਉਹਨਾਂ ਨੇ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਹੀ ਪਠਾਨਕੋਟ ਦੇਖੋ ਤੁਸੀਂ, ਪਠਾਨਕੋਟ, ਸੁਜਾਨਪੁਰ, ਭੋਆ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਉਹ ਸਾਰੇ ਇਲਾਕਿਆਂ 'ਚ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਰੈਲੀਆਂ ਹੋਈਆਂ, ਵੋਟਿੰਗ ਪਰਸੈਂਟੇਜ ਉਧਰ ਵਧਿਆ। ਸ਼ਾਇਦ ਆ ਵੋਟਿੰਗ ਪਰਸੈਂਟੇਜ ਜਿਹੜਾ 6-7% ਘਟਿਆ, ਜੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਰੈਲੀਆਂ ਨਾ ਹੁੰਦੀਆਂ ਤੇ ਉਹ ਵੋਟਿੰਗ ਪਰਸੈਂਟੇਜ ਸ਼ਾਇਦ ਹੋਰ ਘਟ ਜਾਂਦਾ। ਤੇ ਮੈਨੂੰ ਉਮੀਦ ਹੈਗੀ ਹੈ, ਦੇਖੋ ਲੋਕਤੰਤਰ ਦੇ ਵਿੱਚ ਲੋਕਾਂ ਦਾ ਫਤਵਾ ਹੀ ਸਾਰੇ ਤੁਸੀਂ ਲੈ ਜਾਓਗੇ 70-80 ਸੀਟਾਂ ਲੈ ਜਾਓਗੇ ਇਸ ਮੁਤਾਬਕ ਕਿ 70-80 ਸੀਟਾਂ ਲੈ ਕੇ ਤੁਸੀਂ ਸਰਕਾਰ ਬਣਾ ਲਓਗੇ, ਬੰਦ ਹੋ ਗਿਆ, ਸਰਕਾਰ ਬਣ ਜੂਗੀ। ਬੀਜੇਪੀ ਜਿਹੜਾ ਹੈਗਾ ਉਹ ਬੀਜੇਪੀ ਦੀ ਇੱਕ ਮਾਫੀਆ ਮੁਕਤ ਪਾਲਿਸੀ ਜਿਹੜੀ ਹੈ ਕਿ ਸ਼ਰਾਬ ਮਾਫੀਆ ਖਤਮ ਕਰਨਾ, ਰੇਤਾ ਮਾਫੀਆ ਖਤਮ ਕਰਨਾ, ਡਰੱਗ ਮਾਫੀਆ ਖਤਮ ਕਰਨਾ, ਸੋਈ ਸਾਹਿਬ ਮੈਂ ਉਹੀ ਪੁੱਛ ਰਿਹਾ। ਚਲੋ ਪ੍ਰੈਡਿਕਸ਼ਨ ਤੁਸੀਂ ਵੀ ਦੱਸ ਦਿਓ ਆਪਣੀ, ਦੇਣੇ ਸੇਫਟੀ ਐਂਡ ਸਿਕਿਉਰਿਟੀ ਦੇਣੀ। ਠੀਕ ਹੈ, ਇਹ ਤੁਹਾਨੂੰ ਲੱਗਦਾ ਹੈ ਕਿ 70-80 ਸੀਟਾਂ ਬੀਜੇਪੀ ਦੀਆਂ ਆ ਜਾਣਗੀਆਂ? ਦੇਖੋ ਬੀਜੇਪੀ ਬਿਲਕੁਲ, ਜੋ ਸਾਡਾ ਅੰਦਰੂਨੀ ਸਰਵੇ ਹੋਇਆ ਜਾਂ ਜੋ ਸਾਡੇ ਬੂਥਾਂ ਤੇ ਰਸ਼ ਜਿੰਨਾ ਪਿਆ, ਮੈਨੂੰ ਲੱਗਦਾ ਹੈਗਾ
ਕਿ ਅਸੀਂ ਫੁੱਲ ਮੈਜੋਰਟੀ ਦੇ ਨਾਲ ਐਨਡੀਏ ਗਠਬੰਧਨ ਸਰਕਾਰ ਬਣਾਏਗਾ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗਾ। ਚਲੋ ਠੀਕ ਹੈ, ਆਪੋ ਆਪਣੇ ਦਾਅਵੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ। ਜਿਵੇਂ ਸੋਈ ਸਾਹਿਬ ਨੇ ਇੱਕ ਤਰਕ ਕੱਢਿਆ ਕਿ ਮਾਲਵੇ ਦੇ ਵਿੱਚ ਜਿਹੜੀ VOTING ਬੰਪਰ VOTING ਹੋਈ ਹੈ ਉਹਦਾ ਕਾਰਨ ਇਹ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜੇ ਉੱਥੇ ਰੈਲੀ ਕਰਕੇ ਗਏ ਸੀਗੇ, ਉਸ ਰੈਲੀ ਦਾ ਅਸਰ ਹੈ ਕਿ ਉੱਥੇ ਬੰਪਰ VOTING ਹੋਈ ਹੈ। ਜੇ ਰੈਲੀ ਨਾ ਹੁੰਦੀ ਤਾਂ ਹੋ ਸਕਦਾ ਇਸ ਤੋਂ ਵੀ 5-7% ਹੈ ਜਿਹੜੀ ਉਹ VOTING ਘੱਟ ਦਿੰਦੀ। ਰੌਣਕੀ ਰਾਮ ਜੀ, ਮੈਂ ਤੁਹਾਡੇ ਤੋਂ ਹੀ ਰਿਐਕਸ਼ਨ ਵੀ ਲੈਣਾ ਚਾਹੁੰਦਾ, ਚਲੋ ਇਸ ਗੱਲ ਦਾ ਵੀ ਜਵਾਬ ਤੁਸੀਂ ਦੇ ਦਿਓ, ਪਰ ਕੁਝ ਫੈਕਟਰ ਮਾਲਵੇ ਨੂੰ ਲੈ ਕੇ, ਜਿਹੜੀ ਮਾਲਵੇ ਦੀ ਬੰਪਰ VOTING ਹੋਈ ਹੈ ਉਸ ਨੂੰ ਲੈ ਕੇ 2-3 ਗੱਲਾਂ ਵਾਰ-ਵਾਰ ਕੀਤੀਆਂ ਜਾਣੀਆਂ, ਜਿਹੜੀ ਚਰਚਾ ਦਾ ਵਿਸ਼ਾ ਵੀ ਬਣੀਆਂ ਹੋਈਆਂ। ਉਹਦੇ ਵਿੱਚ ਡੇਰਾ ਫੈਕਟਰ ਵੀ ਹੈ, ਕਹਿੰਦੇ ਡੇਰੇ ਵਾਲਿਆਂ ਨੇ ਖੁੱਲ੍ਹ ਕੇ ਵੋਟ ਪੋਲ ਕੀਤੀ ਹੈ। ਦੂਜਾ ਫੈਕਟਰ ਦੀਪ ਸਿੱਧੂ ਦਾ ਵੀ ਹੈਗਾ ਕਿ ਦੀਪ ਸਿੱਧੂ ਦੇ ਅਕਾਲ ਚਲਾਣੇ ਤੋਂ ਬਾਅਦ ਥੋੜੀ ਜਿਹੀ ਹਵਾ ਜਿਹੜੀ ਬਦਲੀ, ਵਾਰ-ਵਾਰ ਉਹਨਾਂ ਦੇ ਆਖਰੀ ਸਪੀਚ ਦੇ ਪੋਸਟਰ ਜਨਤਕ ਕੀਤੇ ਗਏ, ਉਹ ਇੱਕ ਪਾਰਟੀ ਨੂੰ ਡੈਂਟ ਜ਼ਰੂਰ ਪਾਏ ਹੋਣੇ ਨੇ। ਇਹਨਾਂ ਚੀਜ਼ਾਂ ਦਾ ਕਿੰਨਾ ਕੁ ਅਸਰ ਤੁਹਾਨੂੰ ਲੱਗਦਾ ਕੀ ਹੋਇਆ? ਮੈਨੂੰ ਇਹ ਲੱਗਦਾ ਕਿ ਨੰਬਰ 1 ਫੈਕਟਰ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ ਕੋਈ ਓਵਰਆਲ ਕਿਸੇ ਤਰ੍ਹਾਂ ਦੀ ਵੀ ਇੱਕ ਪਹਿਲੂ ਗੱਲ ਬਣ ਕੇ ਅਲੱਗ-ਅਲੱਗ ਕਨਸਟੀਚੁਐਂਸੀ ਨਹੀਂ ਘੁੰਮੀ, ਲੇਕਿਨ ਉਹਦੇ ਉਲਟ ਕੀ ਹੋਇਆ, 3-4 ਕਨਸਟੀਚੁਐਂਸੀ ਦੇ ਉੱਤੇ ਫੋਕਸ ਹੋ ਗਿਆ। ਉਹ ਹੋ ਗਿਆ ਆਪਣੇ ਭਗਵੰਤ ਮਾਨ ਵਾਲੀ ਕਨਸਟੀਚੁਐਂਸੀ, ਅੰਮ੍ਰਿਤਸਰ ਪੂਰਬੀ ਕਨਸਟੀਚੁਐਂਸੀ, ਉਹ ਹੋ ਗਿਆ ਮੇਨ ਚਮਕੌਰ ਸਾਹਿਬ ਵਾਲੀ ਕਨਸਟੀਚੁਐਂਸੀ, ਉਹ ਘੱਟ ਸੀਗੀ, ਭਦੌੜ ਵਾਲੀ ਜ਼ਿਆਦਾ ਕਨਸਟੀਚੁਐਂਸੀ। ਇੱਕ ਤਾਂ ਇਸ ਤਰ੍ਹਾਂ ਦੀ ਵਿਚਾਰ ਹੋ ਗਈ। ਦੂਜੀ ਗੱਲ ਇਹ ਹੋ ਗਈ ਕਿ ਕਿਸੇ ਤਰੀਕੇ ਨਾਲ ਵੀ ਜੋ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਭਖਣੀ ਸੀਗੀ ਇਲੈਕਸ਼ਨ ਦਾ ਪੰਡਾਲ ਦਾ ਪੜਾ ਪਕਸ਼, ਉਹ ਪੜਾ ਜਿਹੜਾ ਸੀਗਾ ਉਹਦੇ 'ਚ ਇਸ਼ੂ ਆਏ ਨਹੀਂ, ਕਿਉਂਕਿ ਕਿਤੇ ਨਾ ਕਿਤੇ ਸਾਰੀ ਪਾਰਟੀਆਂ ਦੀ ਟੇਕ ਲੱਗੀ ਰਹੀ, ਕਿਉਂਕਿ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਚਾਹੇ ਉਹ ਕਾਂਗਰਸ, ਚਾਹੇ ਉਹ BJP, ਕਿਤੇ ਨਾ ਕਿਤੇ ਕੋਈ ਚੀਜ਼ਾਂ ਸੀਗੀਆਂ ਜਿਹੜੀਆਂ ਉਹਨਾਂ ਅਸਲੀ ਮੁੱਦਿਆਂ ਨੂੰ ਲੈ ਕੇ ਇਹ ਆਪਣੀ ਚੋਣ ਪ੍ਰਚਾਰ 'ਚ ਗੱਲਬਾਤ ਨਹੀਂ ਕਰ ਪਾਏ। ਤੇ ਅੱਛਾ, ਜਿਹੜੇ ਮੁੱਦੇ ਇਲੈਕਸ਼ਨ ਤੋਂ ਪਹਿਲਾਂ ਜਿਨ੍ਹਾਂ ਨੇ ਪੂਰੀ ਤਰ੍ਹਾਂ ਡਿਬੇਟ ਗਰਮਰਾਈ ਸੀਗੀ, ਪੂਰੀ ਗਰਮ ਕੀਤੀ ਸੀ ਡਿਬੇਟ, ਉਹ ਮੁੱਦੇ ਆਏ ਨਹੀਂ। ਫਾਰ ਐਗਜ਼ਾਮਪਲ, ਚਾਹੇ ਉਹ ਬਰਗਾੜੀ ਦਾ ਕਾਂਡ ਸੀਗਾ, ਚਾਹੇ ਉਹ ਮਤਲਬ ਅੰਮ੍ਰਿਤਸਰ ਨੂੰ ਲੈ ਕੇ ਡਰੋਨ ਦੀ ਗੱਲ ਹੋਈ ਆ, ਇੰਨੀ ਗੱਲ ਹੋਈ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਵੀ ਉਹਨਾਂ ਨੇ ਇੱਦਾਂ ਖਤਰੇ ਦੱਸਿਆ, ਲੇਕਿਨ ਚੋਣਾਂ ਦੌਰਾਨਾਂ 'ਚ ਕਿਸੇ ਨੇ ਨਾ ਕੋਈ ਉਹਨੂੰ ਨਿੰਦਿਆ ਨਾ ਉਹਦੀ ਪ੍ਰੇਜ਼ ਕੀਤੀ ਆ, ਕੋਈ ਗੱਲ ਹੀ ਨਹੀਂ ਹੋਈ। ਅੱਛਾ, ਰੇਤਾ ਬਾਰੇ ਪਹਿਲਾਂ ਬੜਾ ਰੌਲਾ ਸੀਗਾ, ਉਹ ਵੀ ਗੱਲਬਾਤ ਨਹੀਂ ਹੋਈ ਕੋਈ ਵੀ। ਹੁਣ ਦੇਖੋ, ਬਦਲਾਵ ਦੀ ਗੱਲ ਹੋਣੀ ਸ਼ੁਰੂ ਹੋ ਗਈ ਆ। ਜਦੋਂ ਪੰਜਾਬ ਦੇ ਵਿੱਚ ਗੱਲ ਸ਼ੁਰੂ ਹੋਣੀ ਸੀ, ਉਹ ਜ਼ਿਆਦਾ ਤੌਰ ਤੇ ਆਪਣੀਆਂ ਗੱਲਾਂ ਚੱਲ ਪਈਆਂ ਕਿ ਮੈਨੂੰ ਆਹ ਕੁਛ ਆਉਂਦਾ, ਮੈਨੂੰ ਆਹ ਨਹੀਂ ਆਉਂਦਾ ਹੈਗਾ, ਉਹ ਚੱਲ ਪਈਆਂ ਗੱਲਾਂ ਬਾਤਾਂ। ਅੱਛਾ, ਲੋਕੀ ਉਹਦੇ ਤੇ ਚੱਲ ਪਏ, ਹੋਰ ਗੱਲਾਂ ਹੋ ਗਈਆਂ। ਹੁਣ ਕੁੱਲ ਮਿਲਾ ਕੇ ਜਿਹੜਾ ਇਲੈਕਸ਼ਨ ਹੋਣਾ ਸੀ, ਪੰਜਾਬ ਦੇ ਲੋਕਾਂ ਨੂੰ ਐਕਸਪੈਕਟ ਕਰਦੇ ਸੀ ਅਸੀਂ। ਦੇਖੋ, ਯੂਨੀਵਰਸਿਟੀ 'ਤੇ ਬੈਠੇ ਆ, ਸਾਨੂੰ ਕਿਤੇ ਨਾ ਕਿਤੇ ਆਸ ਹੁੰਦੀ ਆ ਕਿ ਕੋਈ ਵਧੀਆ ਤਰੀਕੇ ਦੇ ਨਾਲ ਕੋਈ ਚੀਜ਼ ਹੋਵੇ, ਕਿਉਂਕਿ ਹੁਣ ਯੂਨੀਵਰਸਿਟੀਆਂ ਨੂੰ ਵੀ ਜੇ ਅਸੀਂ ਧੱਕਾ ਲਗਾ ਪਿੱਛੇ ਜਾ ਰਹੇ ਆ ਤਾਂ ਕਈ ਵਾਰੀ ਗੱਲਬਾਤ ਨਹੀਂ ਨਿਕਲ ਰਹੀ ਉੱਥੋਂ। ਇਸ ਲਈ ਇਲੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਇੱਕ ਮੁੱਦਾ ਦੱਸ ਦਿਓ ਜਿਹਦੇ ਤੇ ਸਾਰੀਆਂ ਪਾਰਟੀਆਂ ਨੇ ਮੁੜ ਕੇ ਆ ਕੇ ਗੱਲ ਕੀਤੀ ਹੋਵੇ। ਸਿਕਿਉਰਿਟੀ ਦੀ ਗੱਲ ਹੋ ਗਈ ਜੀ, ਮਾੜੀ ਮੋਟੀ ਨਿਕਲ ਗਈ। ਹੁਣ ਇਹ ਸਾਰਾ ਕੁਝ ਹੋਣ ਨਾਲ ਮੈਨੂੰ ਲੱਗਿਆ ਕਿਤੇ ਲੋਕਾਂ ਦੇ ਵਿੱਚ ਵੀ ਬਦਲਾਵ ਜੇ ਆਉਣ ਵਾਸਤੇ ਕੋਈ ਉਮੰਗ ਉੱਠ ਰਹੀ ਸੀਗੀ, ਤਾਂ ਲੋਕਾਂ ਦੇ ਵਿੱਚ ਚੇਂਜ ਲਿਆਉਣ ਵਾਸਤੇ ਪਾਰਟੀਆਂ ਦੀ ਕਮੀ ਆ। ਲੋਕਾਂ ਨੇ ਘਰੋਂ ਤੋਂ ਬਾਹਰ ਨਿਕਲਣਾ ਸੀਗਾ, ਪਰ ਪਾਰਟੀਆਂ ਲੋਕਾਂ ਨੂੰ ਅੰਦਰ ਬੰਦ ਕਰਕੇ ਜਿਹੜਾ ਸੀਗਾ ਉਹਦੇ 'ਚ ਬਾਹਰ ਨਿਕਲਣ ਵਾਸਤੇ ਜਿਹੜੀ ਕੋਈ ਨਵੀਂ ਚੀਜ਼ ਨਹੀਂ ਦੇ ਸਕੀਆਂ। ਹਾਂ, ਇੱਕ ਗੱਲ ਸੀਗੀ ਬਦਲ, ਪਰ ਲੋਕਾਂ ਨੇ ਬਦਲ ਦੱਸਿਆ ਕੁਛ ਨਹੀਂ। ਜੇ ਨਹੀਂ ਦੱਸਿਆ ਤਾਂ ਇਹਦਾ ਮਤਲਬ ਇਹ ਹੋਇਆ ਕਿ ਲੋਕਾਂ ਨੇ ਜਿਹੜੀ ਵੋਟ ਪਾਈ ਆ, ਉਹ ਜੋ ਉਹਨਾਂ ਦਾ ਪੁਰਾਣਾ ਪਾਰਟੀਆਂ ਦਾ ਕਾਡਰ ਸੀਗਾ ਉਹਦੇ ਤੋਂ 1-2% ਇੱਧਰ ਉੱਧਰ ਹੋਏਗੀ, ਜ਼ਿਆਦਾ ਫਰਕ ਨਹੀਂ ਪਵੇਗਾ।